ਰਸਤੇ ਵਿੱਚ ਉਹਨੂੰ ਅਟੈਕ ਹੋ ਗਿਆ ਗੱਡੀ 'ਚ। ਗੱਡੀ ਦੇ ਵਿੱਚ 2 ਦਿਨ ਪਿਆ ਰਿਹਾ, ਉਹ ਕਿਸੇ ਨੇ ਦੇਖਿਆ ਹੀ ਨਹੀਂ। ਹੁਣ ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡੇ ਪਾਪਾ ਦੀ ਡੈਡ ਬੋਡੀ ਉੱਥੇ ਹੈ ਵੀ ਇੰਡੀਆ ਆ ਸਕੇ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਰਿਕੁਐਸਟ ਕਰਦੀ ਹਾਂ ਸਰਕਾਰ ਨੂੰ ਮੇਰੇ ਪਾਪਾ ਦੀ ਡੈਡ ਬੋਡੀ ਘਰ ਕਰ ਦੇ। ਮੈਂ ਰਿਕੁਐਸਟ ਕਰਦਾ ਹਾਂ ਸਰਕਾਰ ਨੂੰ ਪਾਪਾ ਦੀ ਡੈਡ ਬੋਡੀ ਇੱਥੇ ਆਏ। ਫਿਰ ਉਹਨਾਂ ਨੇ ਦੱਸਿਆ ਵੀ 2 ਦਿਨ ਤੋਂ ਇੱਥੇ ਗੱਡੀ ਖੜੀ ਹੈ, ਗੱਡੀ 'ਚ ਕੋਈ ਪਿਆ ਵੀ ਹੈ, ਬਾਹਰ ਨਹੀਂ ਨਿਕਲਿਆ। ਫਿਰ ਉਹਨਾਂ ਨੇ ਭਾਲ ਕੀਤੀ ਉਹਦੀ, ਜਾ ਕੇ ਪਿੱਛੇ ਗੱਡੀ 'ਚੋਂ ਲੈ ਕੇ ਆਏ, ਉਹਨੂੰ ਟ੍ਰੀਟਮੈਂਟ ਕਰਵਾਇਆ ਰੂਮ ਦੇ ਵਿੱਚ ਹੀ। ਪਰ ਸਾਡੀ ਇਹ ਅਪੀਲ ਆ ਵੀ ਸਾਡੀ ਸਾਨੂੰ ਮ੍ਰਿਤਕ ਦੇ ਦਿੱਤੀ ਜਾਏ ਵੀ ਤਾਂ ਜੋ ਅਸੀਂ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕਰ ਸਕੀਏ। ਉਹਨਾਂ ਦੀ ਪਤਨੀ ਹੈ, ਇਹਨਾਂ ਬੱਚਿਆਂ ਦੀ ਮਾਤਾ, ਉਹ ਵੀ ਬਹੁਤ ਬਿਮਾਰ ਨੇ ਕਹਿੰਦੇ, ਇਸ ਸਦਮੇ ਦੇ ਵਿੱਚ। ਬਹੁਤ ਸਦਮੇ 'ਚ ਕੁਝ ਬੋਲਦੇ ਨਹੀਂ ਹੈਗੇ, ਮਿੰਟ ਬਾਅਦ ਦੰਦਲਾਂ ਪੈ ਜਾਂਦੀਆਂ ਉਹਨਾਂ ਦਾ, ਤਾਂ ਬਹੁਤ ਬੁਰਾ ਹਾਲ ਹੈ। ਬਸ ਉਹਨਾਂ ਦੀ ਵੀ ਕੋਈ ਤਮੰਨਾ ਵੀ ਮੈਨੂੰ ਲਾਸਟ ਵਾਰੀ ਉਹਨਾਂ ਦੇ ਦਰਸ਼ਨ ਹੋ ਜਾਣ। ਸਾਡੀ ਵੀ ਇਹੀ ਤਮੰਨਾ ਵੀ ਲਾਸਟ ਵਾਰੀ ਆਪਣੇ ਵੀਰ ਨੂੰ ਮਿਲ ਲਈਏ, ਨਹੀਂ ਤੇ ਸਾਡੀਆਂ ਅੱਖੀਆਂ ਹਰ ਵਕਤ ਨੂੰ ਉਡੀਕਦੀਆਂ ਰਹਿਣਗੀਆਂ ਕਿ ਬਾਹਰ ਭੇਜਿਆ ਸੀ, ਸ਼ਾਇਦ ਕਦੇ ਨਾ ਕਦੇ ਵਾਪਸ ਆਏਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਵਿਦੇਸ਼ੀ ਧਰਤੀ ਦੇ ਉੱਤੇ ਜਾਂਦੇ ਨੇ ਤਾਂ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਮਾਪਿਆਂ ਨੂੰ, ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ ਸੁਖਾਲੀ ਜ਼ਿੰਦਗੀ ਦੇ ਸਕਣ। ਪਰ ਉੱਥੇ ਰਹਿੰਦਿਆਂ ਕਈ ਵਾਰ ਉਹ ਕੁਝ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਨੇ ਅਤੇ ਉਹਨਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਿੰਘਪੁਰ ਜੱਟਾਂ ਦਾ, ਜਿੱਥੋਂ ਦੇ ਇੱਕ ਨੌਜਵਾਨ ਕੁਝ ਦੇਰ ਪਹਿਲਾਂ ਮਸਕਟ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਦੇ ਲਈ ਗਿਆ ਸੀ, ਪਰ ਅਚਾਨਕ ਉਸ ਦੀ ਉੱਥੇ ਜਾਨ ਚਲੀ ਜਾਂਦੀ ਹੈ। ਪਰਿਵਾਰ ਦੇ ਵਿੱਚ ਗਹਿਰਾ ਦੁੱਖ ਹੈ, ਸਦਮੇ ਵਿੱਚ ਪਰਿਵਾਰ ਹੈ। 2 ਛੋਟੇ ਬੱਚੇ ਨੇ, ਇੱਕ 10 ਸਾਲ ਦੀ ਗੁੜੀਆ ਹੈ ਔਰ ਇੱਕ ਛੋਟਾ ਬੱਚਾ ਹੈ, ਵੀਰ ਹੈ ਉਸਦਾ, ਉਸ ਗੁੜੀਆ ਦਾ। ਕਈ ਦਿਨ ਹੋ ਚੁੱਕੇ ਨੇ, ਪਰਿਵਾਰ ਦੇ ਵੱਲੋਂ ਬਹੁਤ ਸਾਰੀਆਂ ਗੁਜ਼ਾਰਿਸ਼ਾਂ ਸਰਕਾਰਾਂ ਨੂੰ ਕੀਤੀਆਂ ਗਈਆਂ, ਅਪੀਲਾਂ ਕੀਤੀਆਂ ਗਈਆਂ, ਕਈ ਸਿਆਸੀ ਲੀਡਰ ਪਰਿਵਾਰ ਨੂੰ ਮਿਲਣ ਵੀ ਆਏ, ਪਰ ਅਜੇ ਤੱਕ ਸਰਕਾਰ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਸਰਕਾਰ ਦੀ ਅਪੀਲ ਹੈ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਭਾਰਤ ਲਿਆਉਣ ਦੇ ਵਿੱਚ ਸਰਕਾਰ ਮਦਦ ਕਰੇ। ਪਰਿਵਾਰ ਨਾਲ ਗੱਲਬਾਤ ਕਰਦੇ ਹਾਂ। ਬਾਬੂ ਜੀ, ਕੀ ਨਾਂ ਤੁਹਾਡਾ ਜੀ? ਜਸਵੰਤ ਸਿੰਘ। ਬਹੁਤ ਦੁੱਖ ਦਾ ਸਮਾਂ ਜੀ। ਹਮਦਰਦ ਮੀਡੀਆ ਗਰੁੱਪ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਹੈ ਔਰ ਪਰਮਾਤਮਾ ਦੇ ਕੀ ਹੀ ਅਰਦਾਸ ਕਰਦੇ ਹਾਂ, ਪਰਮਾਤਮਾ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਜਾਣਨਾ ਚਾਹੂੰਗਾ ਵੀਰ ਜੀ ਦਾ ਕੀ ਨਾਂ ਸੀ ਔਰ ਕਦੋਂ ਗਏ ਸੀ ਮਸਕਟ, ਉੱਥੇ ਕੀ ਹੋਇਆ ਉਹਨਾਂ ਨੂੰ? ਉਹ ਕਮਲਜੀਤ ਸਿੰਘ ਨਾਂ ਜੀ ਉਹਦਾ। ਅੱਜ ਤੋਂ 3.5 ਸਾਲ ਪਹਿਲਾਂ ਗਏ ਸੀਗੇ ਮਾਸਟਰ, ਅਤੇ 3 ਸਾਲ ਬਾਅਦ ਛੁੱਟੀ ਆਇਆ ਸੀ। ਛੁੱਟੀ ਹੁਣ ਛੁੱਟੀ ਕੱਟ ਕੇ ਗਿਆ 3 ਮਹੀਨੇ ਜੀ, 3 ਮਹੀਨੇ ਹੋ ਗਏ ਨੇ ਗਏ ਨੂੰ ਛੁੱਟੀ ਕੱਟ ਕੇ। ਅਤੇ ਉੱਥੇ ਜਾ ਕੇ ਉਹਦੇ ਨਾਲ ਹਾਦਸਾ ਹੋ ਗਿਆ, ਸ਼ੂਗਰ ਉਹਦੀ ਵਧੀ ਹੈ, ਸ਼ੂਗਰ ਵਧਣ ਕਰਕੇ ਉਹਨੂੰ ਅਟੈਕ ਹੋ ਗਿਆ ਅਤੇ ਉੱਥੇ ਉਹਦੀ ਡੈਥ ਹੋ ਗਈ ਹੈ। ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਅੱਗੇ, ਭਾਰਤ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਕਿ ਕੋਸ਼ਿਸ਼ ਜਿੰਨੀ ਵੱਧ ਤੋਂ ਵੱਧ ਹੋ ਸਕੇ ਮੇਰੇ ਬੇਟੇ ਦੀ ਡੈਡ ਬੋਡੀ। ਇਹ ਦੁੱਖ ਹੈ, ਇਹ ਹੰਝੂ ਪਰਿਵਾਰ ਦੇ ਦਰਦ ਨੂੰ ਬਿਆਨ ਕਰ ਰਹੇ ਨੇ। ਕਈ ਦਿਨਾਂ ਤੋਂ ਇਹੀ ਆਸ, ਹਰ ਰੋਜ਼ ਕੋਈ ਨਾ ਕੋਈ ਆਉਂਦਾ ਹੈ, ਸਿਆਸੀ ਲੀਡਰ ਘਰ ਦੇ ਵਿੱਚ ਆਉਂਦਾ ਹੈ ਅਤੇ ਦਿਲਾਸਾ ਦੇ ਕੇ ਜਾਂਦਾ ਹੈ ਵੀ ਅਸੀਂ ਤੁਹਾਡੇ ਬੇਟੇ ਦੀ ਮ੍ਰਿਤਕ ਦੇਹ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਪੂਰਾ ਯਤਨ ਕਰਾਂਗੇ। ਅਸੀਂ ਅੰਬੈਸੀ ਦੇ ਨਾਲ ਗੱਲਬਾਤ ਕਰਾਂਗੇ, ਸਰਕਾਰਾਂ ਉੱਪਰਲੇ ਲੈਵਲ ਤੱਕ ਆਪਣੇ ਯਤਨ ਕਰਨਗੀਆਂ। ਪਰ ਹਰ ਰੋਜ਼ ਦਿਨ ਬੀਤ ਜਾਂਦਾ ਹੈ, ਫਿਰ ਅਗਲਾ ਦਿਨ ਆਉਂਦਾ ਅਤੇ ਆਸ ਇਹੀ ਹੁੰਦੀ ਹੈ ਵੀ ਕਦੋਂ ਸਾਡੇ ਪੁੱਤ ਦੇ ਅਸੀਂ ਅੰਤਿਮ ਦਰਸ਼ਨ ਕਰ ਸਕਾਂਗੇ। 2 ਬੱਚੇ ਮਾਸੂਮ ਬੱਚੇ ਵੀ ਨੇ, ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਵੀਰ ਜੀ, ਕਿੰਨੀ ਕੁ ਬਿਮਾਰ ਰਹਿੰਦੇ ਸੀਗੇ ਜਾਂ ਕੋਈ ਇੱਦਾਂ ਦੀ ਦਿੱਕਤ ਪਹਿਲਾਂ ਪਰੇਸ਼ਾਨੀ ਆਉਂਦੀ? ਕੋਈ ਦਿੱਕਤ ਨਹੀਂ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ। ਸ਼ੂਗਰ ਹੀ ਵਧੀ, ਉਹਨਾਂ ਦੀ ਸ਼ੂਗਰ ਵਧਣ ਕਰਕੇ ਉਹਨੂੰ ਸ਼ੂਗਰ ਦਾ ਅਟੈਕ ਆਇਆ। ਗੱਡੀ ਲੈ ਕੇ ਚਲੇ ਗਏ, ਸ਼ੂਗਰ ਥੋੜ੍ਹੀ ਵਧੀ ਸੀ ਅਤੇ ਉਹ ਗੱਡੀ ਲੋਡ ਕੀਤੀ ਸੀ, ਇਸ ਕਰਕੇ ਉਹ ਗੱਡੀ ਲੈ ਕੇ ਚਲਾ ਗਿਆ। ਰਸਤੇ ਵਿੱਚ ਉਹਨੂੰ ਅਟੈਕ ਹੋ ਗਿਆ ਗੱਡੀ 'ਚ। ਗੱਡੀ ਦੇ ਵਿੱਚ 2 ਦਿਨ ਪਿਆ ਰਿਹਾ, ਉਹ ਕਿਸੇ ਨੇ ਦੇਖਿਆ ਹੀ ਨਹੀਂ। ਫਿਰ ਜਦੋਂ ਕੰਪਨੀ ਵਾਲਿਆਂ ਨੂੰ ਪਤਾ ਲੱਗਾ ਵੀ ਉਹ ਗੱਡੀ ਆਈ ਨਹੀਂ, ਸਾਡੀ ਵਾਪਸ ਨਹੀਂ ਆਈ ਮਾਲ ਲਾ ਕੇ, ਫਿਰ ਇਹਨਾਂ ਪੜਤਾਲ ਕੀਤੀ ਹੈ। ਪੜਤਾਲ ਕਰਨ ਤੋਂ ਬਾਅਦ ਫਿਰ ਇਹਨਾਂ ਲਿਆਂਦਾ ਰੂਮ 'ਚੋਂ ਫਿਰ ਇਹਨਾਂ ਹੋਸਪੀਟਲ ਐਡਮਿਟ ਕਰਾਇਆ। ਅੱਛਾ, ਜਦੋਂ ਤੁਸੀਂ ਦੱਸ ਰਹੇ ਹੋ ਵੀ 2 ਦਿਨ ਗੱਡੀ ਦੇ ਵਿੱਚ ਹੀ ਜਿਵੇਂ ਸ਼ੂਗਰ ਵੱਧ ਗਈ, ਉੱਥੇ ਜਿਸ ਹਾਲਤ ਵਿੱਚ ਵੀ ਹੋਣਗੇ, ਬਿਮਾਰ ਜ਼ਿਆਦਾ ਹੋ ਗਏ, ਤਾਂ ਸਮੇਂ ਸਿਰ ਸਾਰ ਨਹੀਂ ਲਈ ਗਈ? ਐਂ ਲੱਗਦਾ ਤੁਹਾਨੂੰ ਵੀ ਸਮੇਂ ਸਿਰ ਉਹਨਾਂ ਨੂੰ ਜੇ ਇਲਾਜ ਮਿਲਦਾ ਤਾਂ ਬਚ ਜਾਨ ਜਿਹੜੀ ਹੈ? ਲੈ ਉਹਨੂੰ ਮਿਲ ਜਾਂਦਾ ਇਲਾਜ ਅਤੇ ਫਿਰ ਸ਼ਾਇਦ ਮਾਲਕ ਕੋਈ ਕਿਰਪਾ ਕਰਦਾ, ਜਾਨ ਵੱਧ ਜਾਂਦੀ ਉਹਦੀ। ਉਹ ਰਸਤੇ ਵਿੱਚ ਮਾਰਿਆ, ਕਿਸੇ ਨੇ ਉਹਦੀ ਸਾਰ ਲਈ ਨਹੀਂ। ਗੱਡੀ ਵਿੱਚ 2 ਦਿਨ ਪਿਆ ਰਿਹਾ, 2 ਦਿਨ ਤੋਂ ਬਾਅਦ ਉਹਨਾਂ ਨੇ ਕੱਢਿਆ ਗੱਡੀ 'ਚੋਂ ਬਾਹਰ, ਫਿਰ ਉਹਨੂੰ ਜਾ ਕੇ ਐਡਮਿਟ ਕਰਾਇਆ ਉੱਥੇ। ਤੁਸੀਂ 2 ਦਿਨ ਫੋਨ ਕਰਦੇ ਰਹੇ, ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ? 4 ਦਿਨ ਫੋਨ ਕਰਦੇ ਰਹੇ ਹਾਂ ਜੀ। 4 ਦਿਨ ਬਾਅਦ ਸਾਨੂੰ ਉਹਦਾ ਜਵਾਬ ਨਹੀਂ ਆ ਰਿਹਾ, ਫੋਨ ਉਹਦਾ ਬੰਦ ਆ ਰਿਹਾ ਸੀ। ਅਤੇ ਉਹ ਸਾਡਾ ਇੱਕ ਮੁੰਡਾ ਉੱਥੇ ਭਤੀਜਾ ਮੇਰਾ, ਉਹ ਉਹਨਾਂ ਨੇ ਫਿਰ ਸਾਨੂੰ 5 ਤਰੀਕ ਨੂੰ ਫੋਨ ਕੀਤਾ, ਉਹਨੂੰ ਵੀ ਆਹ ਕੰਮ ਹੋ ਗਿਆ, ਡੈਥ ਹੋ ਗਈ ਉਹਨਾਂ ਦੀ।
ਵੀਰ ਜੀ ਦੇ ਕਿੰਨੇ ਬੱਚੇ ਨੇ? ਹੁਣ ਜਿਵੇਂ ਦੱਸ ਰਿਹਾ ਸੀਗਾ, ਕਦੋਂ ਮੈਰਿਜ ਹੋਈ ਸੀ ਉਹਨਾਂ ਦੀ? ਉਹਨਾਂ ਦੀ ਮੈਰਿਜ ਹੋਈ ਸੀ 6 ਵਿੱਚ 2006 'ਚ। ਹਾਂਜੀ, 2 ਬੱਚੇ ਉਹਨਾਂ ਦੇ, ਆਹ ਵੱਡੀ ਗੁੜੀਆ, ਆਹ ਛੋਟਾ ਬੱਚਾ, ਅੱਛਾ, ਇਹ ਬੇਟਾ ਤੇ ਔਰ ਇਹ ਬੇਟੀ ਇਹ ਹੈ। ਬੇਟੀ ਹੈ ਜੀ। ਹਾਂਜੀ, ਤਾਂ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਮ੍ਰਿਤਕ ਦੇਹ ਲਿਆਉਣ ਦੇ ਵਾਸਤੇ ਕੁਝ ਕੀਤੀ ਹੈ ਤੁਸੀਂ? ਕੋਸ਼ਿਸ਼ਾਂ ਕੀਤੀਆਂ ਨੇ? ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ। ਅਸੀਂ ਸਾਰੀਆਂ ਇੱਥੇ ਪਾਰਟੀਆਂ ਜਿੰਨੇ ਐਮਐਲਏ ਸਾਡੇ ਕੋਲ ਆਏ ਨੇ, ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਸਾਡੀ ਮਦਦ ਕਰੋ। ਹਾਲੇ ਤੱਕ ਤੇ ਕੋਈ ਇਹਨਾਂ ਵੱਲੋਂ ਸਾਨੂੰ ਜਵਾਬ ਨਹੀਂ ਆਇਆ ਪੱਕਾ ਵੀ ਕੀ ਹੋ ਰਿਹਾ। ਜਦੋਂ ਵੀਰ ਜੀ ਗਏ ਸੀਗੇ, ਕਿੰਨੇ ਕੁ ਪੈਸੇ ਲਾ ਕੇ ਭੇਜੇ ਸੀ ਔਰ ਕਿੰਨੀ ਕੁ ਕਮਾਈ ਉੱਥੋਂ ਵੀਰ ਜੀ ਕਰ ਪਾਉਂਦੇ? ਮੈਂ 4.5 ਲੱਖ ਰੁਪਇਆ ਉਦੋਂ ਲੱਗਾ ਸਾਡਾ, ਨਾਲੇ ਉਹਦਾ ਲਾਇਸੈਂਸ ਬਣਾਇਆ, ਅਤੇ ਕਮਾਈ ਉਹਨੇ ਚਲੋ ਚੰਗੀ ਕੀਤੀ ਉੱਥੇ ਜਾ ਕੇ, ਪੈਸੇ ਉਹਨੇ ਚੰਗੇ ਕਮਾਏ ਨੇ। 3-4 ਸਾਲਾਂ ਜਾਨ ਤੋੜ ਕੇ ਮਿਹਨਤ ਕੀਤੀ ਹੈ ਅਤੇ ਆਪਣੇ ਮਕਾਨ ਬਣਾ ਗਿਆ, ਮਕਾਨ ਬਣਾਏ ਨੇ, ਹੋਰ ਵੀ ਚਲੋ ਕਈ ਕੰਮ ਕਰ ਗਿਆ ਅਤੇ ਮਿਹਨਤ ਚੰਗੀ ਕੀਤੀ, ਉੱਥੇ ਪੈਸੇ ਚੰਗੇ ਉਹਦੇ ਬਣਦੇ ਸੀਗੇ। ਹਾਂਜੀ, ਹੁਣ ਉੱਥੋਂ ਕੋਈ ਆ ਰਿਹਾ ਵੀ ਕਾਗਜ਼ੀ ਪੱਤਰੀ ਕੋਈ ਕਿੱਥੇ ਕਮੀ ਹੈ ਜਿੱਥੋਂ ਵੀ ਡੈੱਡ ਬੋਡੀ ਇੰਡੀਆ ਆ ਸਕੇ? ਕੋਈ ਡੈਡ ਬੋਡੀ ਦੇ ਵਿੱਚ ਉਹਨਾਂ ਨੇ ਜਦੋਂ ਹੌਸਪੀਟਲ ਨਾਲ ਖੜਿਆ, ਟੈਸਟ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਉਹਨਾਂ ਨੇ ਕੋਵਿਡ 'ਚ ਪਾਤਾ ਜੀ, ਇਹਨੂੰ ਕੋਵਿਡ ਸੀਗਾ ਤਾਂ ਇਹਦੀ ਡੈਥ ਹੋਈ ਹੈ। ਤੇ ਇਸ ਕਰਕੇ ਉਹ ਡੈਡ ਬੋਡੀ ਭੇਜਣ ਤੋਂ ਨਾ ਕਰ ਰਹੇ ਨੇ, ਅੱਛਾ, ਇਨਕਾਰ ਕਰ ਰਿਹਾ ਜੀ। ਹਾਂਜੀ, ਆਪਣੇ ਜਿਵੇਂ ਅਵਿਨਾਸ਼ ਰਾਏ ਖੰਨਾ ਜੀ ਨੇ ਜਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਨੇ, ਭਗਵੰਤ ਮਾਨ ਹੋਰੀ, ਇਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ? ਰਾਬਤਾ ਕੀਤੀ ਸੀ ਇਹਨਾਂ ਨਾਲ, ਕੋਸ਼ਿਸ਼ ਕੀਤੀ, ਬਹੁਤ ਰਾਬਤਾ ਵੀ ਹੋਇਆ ਇਹਨਾਂ ਦਾ, ਅਤੇ ਉਹਨਾਂ ਨੇ ਵੀ ਹੱਥ ਖੜੇ ਕਰਤੇ ਆ ਵੀ ਜੇ ਨਹੀਂ ਮੈਸੇਜ ਜਿਹੜੀਆਂ ਨੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਵੀ ਇੱਧਰ ਅਸੀਂ ਲਿਆਈਏ ਉਹਨੂੰ। ਹਾਂਜੀ, ਬੇਟੀ ਵੀ ਹੈ ਉਹਨਾਂ ਦੀ। ਬੇਟਾ ਕੀ ਨਾਮ ਤੁਹਾਡਾ? ਹਰਮਨਪ੍ਰੀਤ ਕੌਰ, ਕਿਹੜੀ ਕਲਾਸ 'ਚ ਪੜ੍ਹਦੇ ਹੋ? 8th 'ਚ। ਪਾਪਾ ਦਾ ਪਤਾ ਲੱਗਾ ਕੀ ਹੋਇਆ ਉੱਥੇ? ਪਾਪਾ ਦੇ ਨਾਲ ਲਾਸਟ ਟਾਈਮ ਕਦੋਂ ਗੱਲ ਹੋਈ ਸੀ? 1-2 ਤਰੀਕ ਨੂੰ ਹੋਈ ਸੀ ਗੱਲ। ਕੀ ਕਹਿੰਦੇ ਸੀ ਪਾਪਾ? ਕੁਛ ਨਹੀਂ ਕਹਿੰਦੇ ਸੀ, ਸਿਹਤ ਨਹੀਂ ਠੀਕ ਤੇ ਬਾਅਦ 'ਚ ਕਾਲ ਕਰਾਂਗੇ। ਤੁਹਾਨੂੰ ਕੀ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਵੱਡੇ ਹੋ ਕੇ ਪੜ੍ਹਾਈ ਕਰਕੇ ਕੀ ਬਣਨਾ ਹੈ? ਵੱਡੇ ਹੋ ਕੇ ਡਾਕਟਰ ਬਣਨਾ ਹੈ, ਪੜ੍ਹਿਆ ਪੁਲਿਸ ਬਣਨਾ ਹੈ, ਇਹ ਕੁਛ ਕਹਿੰਦੇ ਸੀ। ਹੁਣ ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡੇ ਪਾਪਾ ਦੀ ਡੈੱਡ ਬੋਡੀ ਉੱਥੇ ਹੈ ਵੀ ਇੰਡੀਆ ਆ ਸਕੇ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਰਿਕੁਐਸਟ ਕਰਦੀ ਹਾਂ ਸਰਕਾਰ ਨੂੰ ਮੇਰੇ ਪਾਪਾ ਦੀ ਡੈਡ ਬੋਡੀ ਘਰ ਕਰ ਦੇ। ਤਾਂ ਇੱਕ ਮਾਸੂਮ ਧੀ ਦੇ ਇਹ ਬੋਲ ਸੁਣ ਕੇ ਸ਼ਾਇਦ ਹਰ ਅੱਖ ਨਮ ਹੋ ਸਕਦੀ ਹੈ। ਦੁੱਖ ਦੇ ਨਾਲ ਮਨ ਭਰ ਜਾਂਦਾ ਹੈ ਜਦੋਂ ਇੱਕ ਬੱਚਾ ਜਿਸ ਨੂੰ ਅਜੇ ਤੱਕ ਜ਼ਿੰਦਗੀ ਦੀ ਸਮਝ ਵੀ ਨਹੀਂ ਹੈ ਕਿ ਉਸ ਕਿਸ ਪੜਾਅ ਦੇ ਵਿੱਚ ਜ਼ਿੰਦਗੀ ਦੇ ਵਿੱਚ ਹੈ, ਔਰ ਅੱਜ ਉਸ ਨੂੰ ਅਜਿਹੀਆਂ ਅਪੀਲਾਂ ਆਪਣੇ ਪੁੱਤਰ ਦੇ ਮਾਫ਼ ਕਰਨਾ ਬਾਪ ਦੇ ਅੰਤਮ ਦਰਸ਼ਨਾਂ ਦੇ ਲਈ ਜਿਹੜੀਆਂ ਅਪੀਲਾਂ ਸਰਕਾਰਾਂ ਨੂੰ ਕਰਨੀਆਂ ਪੈ ਰਹੀਆਂ ਨੇ। ਬੇਟਾ ਕੀ ਨਾਂ ਤੁਹਾਡਾ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਹਰਸ਼ਦੀਪ ਸਿੰਘ, ਕਿਹੜੀ ਕਲਾਸ 'ਚ ਪੜ੍ਹਦੇ ਹੋ? 3rd। ਪਾਪਾ ਨਾਲ ਗੱਲ ਹੁੰਦੀ ਸੀ? ਹਾਂਜੀ, ਕੀ ਕਹਿੰਦੇ ਹੁੰਦੇ ਸੀ ਪਾਪਾ? ਕੁਛ ਨਹੀਂ, ਗੱਲ ਕਰਦੇ ਸੀ। ਅੱਛਾ, ਪੜ੍ਹਨ ਨੂੰ ਕਹਿੰਦੇ ਹੁੰਦੇ ਸੀ ਵੀ ਪੜ੍ਹਿਆ ਕਰਨਾ? ਜੇ ਕੀ ਕਹਿੰਦੇ ਸੀ ਵੱਡਾ ਹੋ ਕੇ ਪੜ੍ਹ ਕੇ ਆਫੀਸਰ ਬਣਨਾ? ਫੌਜੀ ਬਣਨੇ ਕਹਿੰਦੇ, ਪੁਲਿਸ ਬਣਨਾ। ਅੱਛਾ, ਪਾਪਾ ਦਾ ਸੁਪਨਾ ਪੂਰਾ ਕਰਨਾ ਪੁਲਿਸ ਬਣ ਕੇ? ਫਿਰ ਸਰਕਾਰ ਨੂੰ ਕਹਿਣਾ ਕੁਝ, ਪਾਪਾ ਦੀ ਡੈਡ ਬੋਡੀ ਉੱਥੇ ਹੈ, ਇੰਡੀਆ ਆ ਸਕੇ, ਤੁਸੀਂ ਦੇਖ ਸਕੋ ਉਹਨੂੰ। ਮੈਂ ਰਿਕੁਐਸਟ ਕਰਦਾ ਹਾਂ ਸਰਕਾਰ ਨੂੰ ਪਾਪਾ ਦੀ ਡੈਡ ਬੋਡੀ ਇੱਥੇ ਆਏ। ਤਾਂ ਇਹ ਦਰਦ ਮਾਸੂਮ ਬੱਚੇ ਦੇ ਦਿਲ ਚੀਰਵੇਂ ਬੋਲ ਨੇ। ਸ਼ਾਇਦ ਦੇਖਣ ਵਾਲੇ, ਸੁਣਨ ਵਾਲੇ ਅੱਖਾਂ ਨਮ ਹੋ ਜਾਂਦੀਆਂ ਨੇ, ਦਿਲ ਭਰ ਆਉਂਦਾ ਹੈ। ਸਰਕਾਰਾਂ ਦੇ ਅੱਗੇ ਇਹੀ ਬੇਨਤੀ ਹੈ, ਕੁਝ ਨਹੀਂ ਮੰਗਦੀਆਂ ਤੁਹਾਡੇ ਕੋਲੋਂ। ਇਹ ਪਰਿਵਾਰ, ਬਹੁਤ ਸਾਰੇ ਸਿਆਸੀ ਲੀਡਰ ਆਏ, ਫੋਟੋਆਂ ਖਿਚਵਾ ਕੇ ਵੀ ਗਏ, ਵੱਡੇ ਵੱਡੇ ਦਿਲਾਸੇ ਵੀ ਇਸ ਪਰਿਵਾਰ ਨੂੰ ਦੇ ਕੇ ਗਏ ਵੀ ਅਸੀਂ ਜਲਦੀ ਯਤਨ ਕਰਾਂਗੇ ਔਰ ਤੁਹਾਡਾ ਹੱਲ ਹੈ ਜੋ ਇਸ ਸਮੱਸਿਆ, ਜਿਸ ਦੁੱਖ ਦੀ ਘੜੀ ਦੇ ਵਿੱਚੋਂ ਤੁਸੀਂ, ਉਸ ਦੁੱਖ ਦੀ ਘੜੀ ਦੇ ਵਿੱਚੋਂ ਤੁਹਾਨੂੰ ਕੱਢਣ ਦੇ ਲਈ ਕੁਝ ਨਾ ਕੁਝ ਯਤਨ ਜ਼ਰੂਰ ਕਰਾਂਗੇ। ਮ੍ਰਿਤਕ ਦੇ ਵੀਰ ਜੀ ਦੀ ਭਾਰਤ ਲਿਆਵਾਂਗੇ। ਪਰ ਜਿਸ ਤਰੀਕੇ ਦੇ ਨਾਲ ਬਾਪੂ ਜੀ ਵੀ ਦੱਸਦੇ ਨੇ ਵੀ ਪਹਿਲਾਂ ਤਾਂ ਸ਼ੂਗਰ ਦੀ ਦਿੱਕਤ ਸੀ, ਉਹਦੇ ਕਰਕੇ ਉਹਨਾਂ ਦੀ ਜਾਨ ਗਈ ਹੈ। 2 ਦਿਨ ਉਹ ਪਤਾ ਨਹੀਂ ਕਿਸ ਹਾਲਤ ਵਿੱਚ ਤੜਪਦੇ ਹੋਣਗੇ ਗੱਡੀ ਦੇ ਵਿੱਚ ਆਪਣੀ ਦੇ, ਔਰ ਤੀਸਰੇ ਦਿਨ ਜਾ ਕੇ ਉਹਨਾਂ ਦਾ ਪਤਾ ਲੱਗਦਾ ਹੈ ਔਰ ਉਹ ਉਹਨਾਂ ਦੀ ਜਿਹੜੀ ਜਾਨ, ਉਦੋਂ ਤੱਕ ਸਵਾਸ ਜਿਹੜੇ ਆ ਉਹ ਨਿਕਲ ਚੁੱਕੇ ਹੁੰਦੇ ਆ। ਪਰ ਇਸ ਸਮੇਂ ਜਿਹੜਾ ਪਰਿਵਾਰ ਹੈ ਉਸ ਦੀ ਸਥਿਤੀ ਨੂੰ ਤੁਸੀਂ ਸਮਝ ਸਕਦੇ ਹੋ, ਮਨੋਸਥਿਤੀ ਨੂੰ ਤੁਸੀਂ ਸਮਝ ਸਕਦੇ ਹੋ ਵੀ ਕਿਸ ਹਾਲਾਤਾਂ ਦੇ ਵਿੱਚ ਹੈ, ਕਿਉਂਕਿ ਅੰਤਿਮ ਦਰਸ਼ਨ, ਅੰਤਿਮ ਰਸਮਾਂ, ਅੰਤਿਮ ਸੰਸਕਾਰ ਕਰਨਾ ਹੈ। ਪਰ ਜਿਹੜੀ ਮ੍ਰਿਤਕ ਦੇ ਆ ਉਹ ਭਾਰਤ ਲਿਆਉਣ ਦੇ ਵਿੱਚ ਦਿੱਕਤ ਇਸ ਕਦਰ ਆ ਰਹੀ ਹੈ ਵੀ ਅੱਜ ਮਾਸੂਮ ਬੱਚਿਆਂ ਨੂੰ ਆਪਣੇ ਪਿਤਾ ਦੇ ਲਈ, ਉਹਨਾਂ ਦੇ ਦਰਸ਼ਨ ਕਰਨ ਦੇ ਲਈ, ਉਹਨਾਂ ਨੂੰ ਦੇਖਣ ਦੇ ਲਈ ਸਰਕਾਰਾਂ ਨੂੰ ਅਪੀਲਾਂ ਕਰਨੀਆਂ ਪੈ ਰਹੀਆਂ ਨੇ। ਭੈਣ ਜੀ ਵੀ ਉਹਨਾਂ ਦੇ ਨਾਲ ਨੇ, ਬ੍ਰਦਰ ਸੀਗੇ, ਇਹਨਾਂ ਦੀ ਗੱਲਬਾਤ ਕਰਦੇ। ਭੈਣ ਜੀ ਕੀ ਨਾਂ ਤੁਹਾਡਾ? ਪਰਮਜੀਤ ਕੌਰ। ਗੱਲਬਾਤ ਹੋਈ ਸੀ ਵੀਰ ਜੀ ਨਾਲ ਆਖਰੀ ਟਾਈਮ? ਹਾਂਜੀ ਹੋਈ ਸੀ, ਵੀਡੀਓ ਕਾਲ ਤੇ ਹੋਈ ਸੀ ਮੇਰੀ ਗੱਲ। ਠੀਕ ਠਾਕ ਸੀਗੇ, ਬੜੇ ਸੋਹਣੇ ਸੀਗੇ ਉਦੋਂ ਜਦੋਂ ਗੱਲ ਹੋਈ।
ਫਿਰ ਮੈਨੂੰ ਭਰਜਾਈ ਨੇ ਦੱਸਿਆ, ਕਹਿੰਦੀ ਕਮਲਜੀਤ ਠੀਕ ਨਹੀਂ ਨੇ। ਮੈਨੂੰ ਪੁੱਛਿਆ ਮੈਂ ਕਿੰਨੇ ਦਿਨ ਹੋ ਗਏ, ਕਮਲਜੀਤ ਦਾ ਫੋਨ ਨਹੀਂ ਆਇਆ। ਕਹਿੰਦੀ ਦੀਦੀ ਠੀਕ ਨਹੀਂ, ਮੂੰਹ ਪੱਕਿਆ ਹੈ, ਠੀਕ ਹੋਏਗਾ ਫਿਰ ਗੱਲ ਕਰੇਗਾ। ਮੈਂ ਖੁਦ ਫਿਰ ਉਹਨੂੰ ਮੈਸੇਜ ਕਰਦੀ ਰਹੀ ਹਾਂ, ਫੋਨ ਕਰਦੀ ਹਾਂ, ਸਾਨੂੰ ਕੋਈ ਅਪਲਾਈ ਨਹੀਂ ਕੀਤਾ ਉਹਨਾਂ ਨੇ। ਸਾਡੇ ਉੱਤੇ ਸਹੁਰਿਆਂ ਦੇ ਨਾਲ ਦੇ ਘਰ ਸਾਡੇ ਗਿਆ ਹੋਇਆ ਦਿਓਰੀ ਲੱਗਦਾ ਸਾਡਾ ਵੀ। ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਮਲਜੀਤ ਦਾ ਕੋਈ ਪਤਾ ਨਹੀਂ ਲੱਗਣ ਡਿਆ, ਫੋਨ ਨਹੀਂ ਚੱਕਦਾ, ਮੈਨੂੰ ਪਤਾ ਕਰਕੇ ਦੱਸੋ। ਫਿਰ ਉਹਨਾਂ ਨੇ ਪਤਾ ਕੀਤਾ, ਕਹਿੰਦਾ ਭਾਬੀ ਉਹ ਗੱਡੀ ਲੈ ਕੇ ਗਿਆ, ਕਹਿੰਦੇ ਉਹ ਗੱਡੀ ਲੈ ਕੇ ਗਿਆ ਹੈ, ਸ਼ਾਇਦ ਉੱਥੇ ਰੇਂਜ ਨਹੀਂ ਆਉਂਦੀ ਹੋਣੀ, ਫਿਰ ਵੀ ਮੈਂ ਪਤਾ ਕਰਨਾ। ਫਿਰ ਉਹਨਾਂ ਨੇ ਪਤਾ ਕੀਤਾ ਵੀ ਉਹਦੀ ਹਾਲਤ ਬਹੁਤ ਖਰਾਬ। ਜਿੱਥੇ ਗੱਡੀ ਖੜੀ ਸੀ ਨਾ ਉੱਥੇ ਕੋਈ ਕੋਲ ਢਾਬਾ ਜਾਂ ਫਿਰ ਰੈਸਟੋਰੈਂਟ ਸੀਗਾ, ਉਹਨਾਂ ਕੋਲ ਨੰਬਰ ਸੀ, ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ। ਤੇ ਫਿਰ ਉਹਨਾਂ ਨੇ ਦੱਸਿਆ ਵੀ 2 ਦਿਨ ਤੋਂ ਇੱਥੇ ਗੱਡੀ ਖੜੀ ਹੈ, ਗੱਡੀ 'ਚ ਕੋਈ ਪਿਆ ਵੀ ਹੈ, ਬਾਹਰ ਨਹੀਂ ਨਿਕਲਿਆ। ਫਿਰ ਉਹਨਾਂ ਨੇ ਭਾਲ ਕੀਤੀ ਉਹਦੀ, ਜਾ ਕੇ ਪਿੱਛੇ ਗੱਡੀ 'ਚੋਂ ਲੈ ਕੇ ਆਏ ਉਹਨੂੰ, ਟ੍ਰੀਟਮੈਂਟ ਕਰਵਾਇਆ ਰੂਮ ਦੇ ਵਿੱਚ ਹੀ। ਫਿਰ ਜਦੋਂ ਜ਼ਿਆਦਾ ਹਾਲਤ, ਅਗਲੇ ਦਿਨ ਵੀਡੀਓ ਕਾਲ 'ਤੇ ਮੇਰੀ ਗੱਲ ਕਰਾਈ। ਉਸ ਟਾਈਮ ਮੇਰੇ ਵੀਰ ਦੀ ਹਾਲਤ ਬਹੁਤ ਖਰਾਬ ਸੀ, ਮੇਰੇ ਕੋਲ ਦੇਖ ਨਹੀਂ ਸੀ ਹੁੰਦਾ। ਮੈਂ ਆ ਸਾਰੇ ਭਰਾਵਾਂ ਅੱਗੇ, ਸਾਰੇ ਵੀਰਾਂ ਅੱਗੇ ਹੱਥ ਜੋੜੇ, ਮੇਰੇ ਵੀਰ ਨੂੰ ਹੌਸਪੀਟਲ ਲੈ ਜਾਓ, ਤੁਸੀਂ ਇਹਨੂੰ ਜਿੱਦਾਂ ਮਰਜ਼ੀ ਲੈ ਕੇ ਜਾਓ। ਕਹਿੰਦੇ ਜਾਂਦਾ ਨਹੀਂ। ਮੈਂ ਨਹੀਂ, ਤੁਸੀਂ ਲੈ ਕੇ ਜਾਓ, ਭਾਵੇਂ ਚੁੱਕ ਕੇ ਖੜੋ ਇਹਨੂੰ। ਉਦੋਂ ਹੀ ਉਹ ਲੈ ਗਏ ਨੇ। 3 ਵਜੇ ਫੋਨ ਆ ਗਿਆ, ਵੀਰ ਖਤਮ ਵੀ ਹੋ ਗਿਆ। ਇੰਨੀ ਗੱਲ ਹੋਈ ਸਾਡੇ ਨਾਲ। 11 ਵਜੇ ਸਾਨੂੰ ਜਦੋਂ ਅਸੀਂ ਵੀਡੀਓ ਕਾਲ 'ਤੇ ਗੱਲ ਕੀਤੀ, ਉਦੋਂ ਉਹਦੀ ਸ਼ੂਗਰ ਬਹੁਤ ਵੱਧ ਚੁੱਕੀ ਸੀਗੀ। ਵੀ ਸ਼ੂਗਰ ਇੰਨੀ ਕੁ ਵਧੀ ਸੀ ਵੀ ਉਹਦੇ ਕੋਈ ਗੱਲ ਵੀ ਨਹੀਂ ਸੀਗੀ ਹੁੰਦੀ, ਮਤਲਬ ਘਬਰਾਹਟ ਹੁੰਦੀ ਸੀਗੀ ਉਹਨੂੰ। ਜਦੋਂ ਉਹਨੂੰ ਹੌਸਪੀਟਲ ਲੈ ਕੇ ਗਏ ਅਤੇ ਜਦੋਂ ਡਾਕਟਰਾਂ ਨੇ ਇਹੋ ਹੀ ਦੱਸਿਆ ਵੀ ਉਹਨੂੰ ਅਟੈਕ ਹੋ ਗਿਆ, ਅਟੈਕ ਨਾਲ ਉਹਦੀ ਮੌਤ ਹੋਈ ਆ। ਫਿਰ ਬਾਅਦ ਵਿੱਚ ਪਤਾ ਲੱਗਾ ਜੀ ਹੁਣ ਉਹਨੂੰ ਕਰੋਨਾ ਕੱਢ ਦਿੱਤਾ। ਕਰੋਨਾ ਕਰਕੇ ਹੁਣ ਉਹਨਾਂ ਦੀ ਦੇਹ ਮਤਲਬ ਮ੍ਰਿਤਕ ਦੇਹ ਇੱਥੇ ਨਹੀਂ ਆ ਸਕਦੀ। ਪਰ ਸਾਡੀ ਇਹ ਅਪੀਲ ਆ ਵੀ ਸਾਡੀ ਸਾਨੂੰ ਮ੍ਰਿਤਕ ਦੇਹ ਦਿੱਤੀ ਜਾਏ, ਵੀ ਤਾਂ ਜੋ ਅਸੀਂ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕਰ ਸਕੀਏ। ਸਤਿਕਾਰ ਨਾਲ ਜੋ ਵੀ ਹੁੰਦਾ ਸਾਰਾ ਕੁਝ ਕਰ ਸਕੀਏ ਆਪਣੇ ਹੱਥੀਂ ਅਸੀਂ, ਵੀ ਸਾਨੂੰ ਸਾਡੀ ਮ੍ਰਿਤਕ ਦੇਹ ਸਾਡੇ ਵੀਰ ਦੀ ਸਾਨੂੰ ਵਾਪਸ ਕੀਤੀ ਜਾਏ। ਜਿਵੇਂ ਉਹਨਾਂ ਦੀ ਪਤਨੀ ਹੈ, ਇਹਨਾਂ ਬੱਚਿਆਂ ਦੀ ਮਾਤਾ, ਉਹ ਵੀ ਬਹੁਤ ਬਿਮਾਰ ਨੇ ਕਹਿੰਦੇ, ਇਸ ਸਦਮੇ ਦੇ ਵਿੱਚ। ਬਹੁਤ ਸਦਮੇ 'ਚ ਕੁਛ ਬੋਲਦੇ ਨਹੀਂ ਹੈਗੇ, ਮਿੰਟ ਬਾਅਦ ਦੰਦਲਾਂ ਪੈ ਜਾਂਦੀਆਂ ਉਹਨਾਂ ਦਾ। ਤਾਂ ਬਹੁਤ ਬੁਰਾ ਹਾਲ ਹੈ। ਬਸ ਉਹਨਾਂ ਦੀ ਵੀ ਕੋਈ ਤਮੰਨਾ ਵੀ ਮੈਨੂੰ ਲਾਸਟ ਵਾਰੀ ਉਹਨਾਂ ਦੇ ਦਰਸ਼ਨ ਹੋ ਜਾਣ, ਮੈਂ ਇੱਕ ਵਾਰੀ ਉਹਨਾਂ ਦਾ ਮੂੰਹ ਦੇਖ ਲਵਾਂ। ਸਾਡੀ ਵੀ ਇਹੀ ਤਮੰਨਾ ਵੀ ਲਾਸਟ ਵਾਰੀ ਆਪਣੇ ਵੀਰ ਨੂੰ ਮਿਲ ਲਈਏ। ਇਹ ਤਾਂ ਸਾਡੀਆਂ ਅੱਖੀਆਂ ਹਰ ਵਕਤ ਨੂੰ ਉਡੀਕਦੀਆਂ ਰਹਿਣਗੀਆਂ ਕਿ ਬਾਹਰ ਭੇਜਿਆ ਸੀ, ਸ਼ਾਇਦ ਕਦੇ ਨਾ ਕਦੇ ਵਾਪਸ ਆਏਗਾ। ਸਾਡਾ ਦਿਲ ਮੰਨਣ ਨੂੰ ਤਿਆਰ ਨਹੀਂ ਵੀ ਸਾਡਾ ਭਰਾ ਸਾਨੂੰ ਛੱਡ ਕੇ ਚਲਾ ਗਿਆ। ਭੈਣ ਤੇ ਭਰਾ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ। ਹਰ ਗੱਲ ਆਪਣੀ ਵੱਡੀ ਭੈਣ ਨਾਲ ਜਾਂ ਛੋਟੇ ਭਰਾ ਦੀ ਆਪਸ ਵਿੱਚ ਸਾਂਝੀ ਹੁੰਦੀ ਹੈ। ਤੁਹਾਡੇ ਨਾਲ ਗੱਲਬਾਤ ਕਰਦੇ ਹੋਊਗੇ ਪਰਿਵਾਰਕ ਮਸਲਿਆਂ ਦੇ ਉੱਤੇ ਜਾਂ ਕੋਈ ਕਿਸੇ ਪਰੇਸ਼ਾਨੀ ਨੂੰ ਲੈ ਕੇ? ਹਾਂਜੀ ਸਰ, ਜੋ ਦੇ ਮੇਰੇ ਮੰਮੀ ਪੂਰੇ ਹੋ ਗਏ 16-17 ਸਾਲ ਹੋ ਚਲੇ ਆ। ਸਾਡਾ ਭੈਣ ਭਰਾਵਾਂ ਵਾਲਾ ਰਿਸ਼ਤਾ ਨਹੀਂ ਸੀਗਾ, ਸਾਡਾ ਬਹੁਤ ਗੂੜਾ ਰਿਸ਼ਤਾ ਸੀਗਾ। ਸਾਡੇ ਸਾਰੇ ਦੁੱਖ ਸੁਣਦਾ ਹੀ, ਆਪਣੇ ਦੱਸਦਾ ਸੀਗਾ। ਉਹਨੇ ਸਾਡੇ ਕੋਲ ਕਦੇ ਕੁਝ ਲੁਕੋਇਆ ਨਹੀਂ, ਸਾਡਾ ਸਾਰਾ ਕੁਝ ਸਾਂਝਾ ਕਰਦਾ ਸੀ। ਬਹੁਤ ਸਾਡਾ ਗੂੜਾ ਪਿਆਰ ਹੀ, ਭੈਣ ਭਰਾਵਾਂ ਵਾਲਾ ਨਹੀਂ, ਮਾਂ ਪੁੱਤਰ ਵਾਲਾ ਰਿਸ਼ਤਾ ਸੀਗਾ ਸਾਡਾ। ਤਾਂ ਇਹ ਦੁੱਖ ਮੈਨੂੰ ਲੱਗਦਾ ਸ਼ਾਇਦ ਇਹਨਾਂ ਦੁੱਖਾਂ ਦੇ ਉੱਤੇ, ਇਹਨਾਂ ਗਹਿਰੇ ਜ਼ਖਮਾਂ ਦੇ ਉੱਤੇ ਤਾਂ ਹੀ ਮਲਮ ਲੱਗ ਸਕਦੀ ਹੈ ਜੇਕਰ ਸਰਕਾਰਾਂ ਕੁਝ ਕਰਨ ਔਰ ਉਹ ਮ੍ਰਿਤਕ ਦੇਹ ਹੈ ਉਹ ਭਾਰਤ ਆ ਸਕੇ, ਅੰਤਿਮ ਦਰਸ਼ਨ ਪਰਿਵਾਰ ਉਹਨਾਂ ਦੇ ਕਰ ਸਕੇ ਔਰ ਅੰਤਿਮ ਰਸਮਾਂ ਜਿਹੜੀਆਂ ਉਹ ਉਹਨਾਂ ਦੀਆਂ ਪੂਰੀਆਂ ਹੋ ਸਕਣ। ਤਾਂ ਅਪੀਲ ਲਗਾਤਾਰ ਬੱਚਿਆਂ ਵੱਲੋਂ ਵੀ ਕੀਤੀ ਜਾ ਰਹੀ ਹੈ, ਬਜ਼ੁਰਗ ਜਿਹੜੇ ਪਿਤਾ ਜੀ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ। ਵੀਰ ਜੀ, ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਉਹਨਾਂ ਦੀ? ਮੇਰੇ ਨਾਲ ਉਹਨਾਂ ਦੀ 30 ਤਰੀਕ ਨੂੰ ਗੱਲ ਹੋਈ ਸੀ, 30 ਅਪ੍ਰੈਲ ਨੂੰ। ਅਤੇ ਬਸ ਇਹਨੇ ਕਿਹਾ ਵੀ ਮੈਂ ਠੀਕ ਨਹੀਂ ਹੈਗਾ ਭਾਜੀ, ਮੈਂ ਬਾਅਦ 'ਚ ਕਾਲ ਕਰੂੰਗਾ। ਪਰ ਉਸ ਤੋਂ ਬਾਅਦ ਉਹਨਾਂ ਦੀ ਕਾਲ ਨਹੀਂ ਆਈ। ਅਸੀਂ ਮੈਸੇਜ ਵੀ ਕਰਦੇ ਰਹੇ, ਮੈਸੇਜ ਦਾ ਕੋਈ ਰਿਪਲਾਈ ਨਹੀਂ ਕਰਦੇ ਸੀ। ਬਸ ਇੰਨਾ ਕਹਿੰਦੇ ਸੀ ਮੈਂ ਫੋਨ ਕਰਦਾ, ਮੁੜ ਕੇ ਫੋਨ ਨਹੀਂ ਕੀਤਾ ਉਹਨਾਂ ਨੇ। ਜਿਹੜੇ 2 ਦਿਨ ਦੱਸਦੇ ਵੀ ਗੱਡੀ ਦੇ ਵਿੱਚ ਹੀ ਰਹੇ, ਉਦੋਂ ਕੋਸ਼ਿਸ਼ ਕੀਤੀ ਸੀ ਕਿ ਗੱਲ ਕਰਨ ਦੀ, ਫੋਨ ਕਰਨ ਦੀ ਉਹਨਾਂ ਨੂੰ? ਨਹੀਂ, ਉਸ ਤੋਂ ਉਹਨਾਂ ਦਾ ਫੋਨ ਜਿੱਦਾਂ WhatsApp 'ਤੇ ਕਰਦੇ ਸੀ ਅਸੀਂ ਮੈਸੇਜ ਕੋਈ ਵੀ, ਉਹ ਅੱਗੋਂ ਰਿਪਲਾਈ ਨਹੀਂ ਕਰਦੇ ਪਏ ਸੀ, ਨਾ ਫੋਨ ਕਰਦੇ, ਫੋਨ ਨਹੀਂ ਚੱਕਦੇ ਪਏ ਸੀ। ਮੈਸੇਜ ਵੀ ਬਹੁਤ ਕੀਤੇ, ਉਹਨਾਂ ਨੂੰ ਕਾਲ ਵੀ ਬਹੁਤ ਕੀਤੀ, ਪਰ ਉਹ ਜਦੋਂ ਠੀਕ ਹੀ ਨਹੀਂ ਸੀਗੇ, ਨਾ ਉਹ ਸਾਡਾ ਮੈਸੇਜ ਚੱਕਦੇ ਸੀਗੇ, ਨਾ ਸਾਡੇ ਉਹ ਫੋਨ ਚੱਕਦੇ ਸੀਗੇ। ਵੀ ਸਾਨੂੰ ਤਾਂ ਹੀ ਅਸੀਂ ਉਹਨਾਂ ਨੂੰ ਦੇਖਿਆ, ਨਾਲ ਦੇ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਦੇਖਭਾਲ ਕਰੋ ਵੀ ਸਾਡੇ ਵੀਰ ਨੇ ਨਾ ਸਾਨੂੰ ਮੈਸੇਜ ਕੀਤਾ ਹੈ ਔਰ ਨਾ ਸਾਡੀ ਕਾਲ ਚੱਕਦੇ ਪਏ ਆ, ਵੀ ਦੇਖੋ ਸਹੀ ਵੀ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ। ਫਿਰ ਤਾਂ ਉਹਨਾਂ ਨੇ ਦੇਖਭਾਲ ਕੀਤੀ ਥੋੜ੍ਹੀ ਜਿਹੀ, ਅਤੇ ਤਾਂ ਪਤਾ ਲੱਗਾ ਵੀ ਉਹ ਗੱਡੀ ਵਿੱਚ ਆ। ਨਹੀਂ ਤਾਂ ਸ਼ਾਇਦ ਪਤਾ ਨਹੀਂ ਉੱਥੇ ਹੀ, ਜੇ ਨਾ ਕੋਈ ਦੇਖਦਾ, ਨਾ ਅਸੀਂ ਕਾਲ ਕਰਦੇ, ਤਾਂ ਭਾਵੇਂ ਉੱਥੇ ਹੀ ਪਿਆਂ ਨੂੰ ਕੁਛ ਹੋ ਜਾਂਦਾ। ਪਰਿਵਾਰ ਦਾ ਕਿਵੇਂ ਚੱਲਦਾ ਹੈ ਗੁਜ਼ਾਰਾ? ਵੀਰ ਜੀ ਵੀ ਚਲੋ ਉੱਥੋਂ ਜੋ ਮਿਹਨਤ ਮਜ਼ਦੂਰੀ ਕਰਦੇ ਸੀਗੇ, ਕੰਮ ਕਾਰ ਉੱਥੇ ਗੱਡੀ ਚਲਾਉਂਦੇ ਸੀ, ਤੇ ਪਰਿਵਾਰ ਦਾ ਕਿਵੇਂ ਗੁਜ਼ਾਰਾ? ਠੀਕ ਚੱਲਦਾ ਸੀਗਾ? ਜ਼ਮੀਨ ਖੇਤੀਬਾੜੀ ਵੀ ਹੈਗਾ ਥੋੜ੍ਹੀ ਬਹੁਤੀ। ਹਾਂਜੀ, ਆਪਾਂ ਖੇਤੀ ਕਰਦੇ ਹਾਂ।
ਚਲੋ ਖਿੱਚਿਆ ਸਾਡੇ ਦਾਣੇ ਖਾਣ ਪੀਣ ਹੋ ਜਾਂਦੇ ਆ। ਹਾਂਜੀ ਜਿਵੇਂ ਘਰ ਵੀ ਨਵਾਂ ਬਣਾਇਆ ਤਾਂ ਬਹੁਤ ਚਾਵਾਂ ਦੇ ਨਾਲ ਘਰ ਬਣਾ ਕੇ ਗਏ ਹੋਣਗੇ ਇੱਥੋਂ ਜੀ। ਹਾਂਜੀ ਬਹੁਤ ਵਧੀਆ ਘਰ ਬਣਾਇਆ ਉਹਨੇ। ਮੈਂ ਬਣਾਉਂਦਾ ਨਹੀਂ, ਮੈਂ ਕਿਹਾ ਚੱਲ 2-4 ਸਾਲ ਠਹਿਰ ਕੇ ਫਿਰ ਬਣਾਵਾਂਗੇ। ਕਹਿੰਦੇ ਨਹੀਂ ਪਹਿਲਾਂ ਇਹਨੂੰ ਕਰੋ, ਪਹਿਲਾਂ ਇਹ ਕੰਮ ਕਰੋ, ਅਤੇ ਬਾਅਦ 'ਚ ਦੇਣਾ ਲੈਣਾ ਬਾਅਦ 'ਚ ਦਿਆਂਗੇ, ਅਤੇ ਪਹਿਲਾਂ ਆਪਣਾ ਘਰ ਬਣਾਓ। ਸੁਭਾਅ ਕਿਵੇਂ ਸੀਗਾ? ਪਿੰਡ ਦੇ ਵਿੱਚ ਵੀ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਸੀਗੇ? ਕਿੱਦਾਂ? ਉਹਦਾ ਠੀਕ ਸੀ, ਸਾਰਿਆਂ ਨੂੰ ਕਿਸੇ ਨੂੰ ਮਾੜੀ ਚੰਗੀ ਕਰਦਾ ਨਹੀਂ ਸੀ ਉਹ, ਸਾਰਿਆਂ ਨੂੰ ਹੱਸ ਖੇਡ ਕੇ ਬੋਲਦਾ ਸੀ ਉਹ, ਸਾਰਿਆਂ ਨੂੰ ਪੈਂਦਾ ਸੀ, ਖਲੋਂਦਾ ਸੀ, ਮਦਦ ਲਈ ਵੀ ਲੋਕਾਂ ਦੀ ਸਾਰਿਆਂ ਨਾਲ ਸੀ ਉਹਦੀ। ਚਲੋ ਮਦਦ ਕਰਦਾ ਵੀ ਇਹੀ, ਲੋਕ ਵੀ ਕਰਦੇ ਹੁਣ ਉਹਦੀ ਵਿਚਾਰੇ ਦੀ। ਹਾਂਜੀ ਉਹਨਾਂ ਦੇ ਵਾਸਤੇ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਵੀਡੀਓਜ਼ ਪਾ ਕੇ ਲੋਕ ਅਪੀਲਾਂ ਕਰ ਰਹੇ ਨੇ ਸਰਕਾਰਾਂ ਨੂੰ। ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈਆਂ ਜਾ ਰਹੀਆਂ ਨੇ, ਮੈਂ ਖੁਦ ਵੀ ਦੇਖੀਆਂ ਨੇ ਵੀ ਇਸ ਵੀਰ ਦੀ ਮ੍ਰਿਤਕ ਦੇਹ ਨੂੰ ਇੰਡੀਆ ਭੇਜਣਾ ਹੈ। ਜਿਵੇਂ SP ਸਿੰਘ ਓਬਰਾਏ ਹੋਰੀ ਇੱਦਾਂ ਦੇ ਕੇਸਾਂ ਨੂੰ ਬਹੁਤ ਹੈਂਡਲ ਕਰਦੇ ਨੇ। SP ਸਿੰਘ ਓਬਰਾਏ ਹੋਰਾਂ ਦੇ ਨਾਲ ਕੋਈ ਰਾਬਤਾ ਕੁਛ? ਉਹਨਾਂ ਨਾਲ ਰਾਬਤਾ ਨਹੀਂ ਸਾਡਾ ਹੋਇਆ, ਸਾਡਾ ਭਗਵੰਤ ਮਾਨ ਨਾਲ ਹੋਇਆ ਜੀ। ਭਗਵੰਤ ਮਾਨ ਨਾਲ ਰਾਬਤਾ ਹੋਇਆ, ਅਤੇ ਭਗਵੰਤ ਮਾਨ ਨੇ ਕਹਿ ਤਾ ਵੀ ਮਸੀ ਵਾਲੇ ਨਹੀਂ ਕੋਈ ਜਵਾਬ ਦੇ ਰਹੇ, ਉਹ ਨਹੀਂ ਡੀਲ ਕਰ ਰਹੇ ਇਹਨੂੰ, ਵੀ ਉਹ ਕਹਿ ਰਹੇ ਵੀ ਨਹੀਂ ਉਹਦੇ ਵਿੱਚ ਕੋਵਿਡ ਸੀਗਾ, ਕੋਵਿਡ ਦਾ ਮਰੀਜ਼ ਜਿਹੜਾ ਉਹ ਨਹੀਂ, ਫਿਰ ਇਸ ਕਰਕੇ ਇੰਡੀਆ ਵਿੱਚ ਅੱਗੇ ਕੋਵਿਡ ਬਹੁਤ ਹੈ, ਇਸ ਕਰਕੇ ਉਹਨੂੰ ਡੈਡ ਬੋਡੀ ਜਿਹੜੀ ਨਹੀਂ ਵੈਸੇ ਆ ਸਕਦੀ। ਹਾਂਜੀ ਭਗਵੰਤ ਮਾਨ ਨਾਲ ਫੋਨ 'ਤੇ ਗੱਲਬਾਤ ਹੋਈ ਹੈ? ਫੋਨ 'ਤੇ ਗੱਲਬਾਤ ਹੋਈ ਮੇਰੀ, ਮਕੇਰੀਆਂ ਆਪਣਾ ਹੈਗਾ ਉਹਨਾਂ ਦਾ ਮਲਤਾਨੀ ਸਾਹਿਬ, ਉਹਦੇ ਨਾਲ ਗੱਲਬਾਤ ਹੋਈ। ਮਲਤਾਨੀ ਸਾਹਿਬ ਨੇ ਭਗਵੰਤ ਮਾਨ ਨੂੰ ਕੀਤੀ, ਭਗਵੰਤ ਸਾਹਿਬ ਨੇ ਫਿਰ ਦੁਬਾਰਾ ਉਹਨਾਂ ਨੂੰ ਕੀਤੀ ਕੋਲ ਵੀ ਨਹੀਂ ਇਹ ਮੈਸੇਜ ਵਾਲੇ ਨਹੀਂ ਮੰਨ ਰਹੇ ਵੀ ਇਹ ਉਹਨਾਂ ਵਿੱਚ ਕੋਵਿਡ ਹੈ, ਕੋਵਿਡ ਦੇ ਮਰੀਜ਼ ਜਿਹੜੇ ਨੇ ਉਹ ਨਹੀਂ ਜਾ ਸਕਦੇ। ਤੁਸੀਂ ਅਪੀਲ ਕਰਨੀ ਚਾਹੁੰਦੇ ਆ ਸਰਕਾਰ ਨੂੰ ਕੋਈ? ਮੈਂ ਤਾਂ ਅਪੀਲ ਕਰਨੀ ਚਾਹੁੰਦਾ ਵੀ ਮੇਰੇ ਬੇਟੇ ਦੀ ਲਾਸ਼ ਜਿਹੜੀ ਉਹ ਭੇਜੀ ਹੈ ਇੰਡੀਆ, ਕੋਵਿਡ ਵਿੱਚ ਹੈ ਨਹੀਂ, ਹੋਇਆ ਉਹਨੂੰ ਅਟੈਕ ਹੈ, ਅਤੇ ਉਹਨਾਂ ਦੇ ਡਾਕਟਰਾਂ ਨੇ ਉਹਨਾਂ ਨੇ ਟੈਸਟ 'ਤੇ ਉਹਨਾਂ ਨੇ ਕੀਤਾ ਨਹੀਂ, ਕੋਵਿਡ 'ਚ ਉਹਦੇ ਨਾਲ ਦਿੱਤਾ, ਇਹ ਨਹੀਂ ਪਤਾ ਜਾਂ ਉਹਨਾਂ ਨੇ ਲਿਖਵਾਇਆ, ਕੰਪਨੀਆਂ ਲਿਖਵਾਤਾ ਹੋਏਗਾ ਆਪਣੀ ਡੈਡ ਬੋਡੀ ਭੇਜਣ ਤੋਂ, ਆਪਣਾ ਖਰਚਾ ਕਰਨ ਤੋਂ ਡਰਦਿਆਂ ਨੇ ਭੇਜ ਕਰਤਾ ਹੋਏਗਾ ਇਹ ਕੋਵਿਡ ਹੈ, ਕੋਵਿਡ ਦੇ ਉਹਨੂੰ ਹੋਇਆ, ਅਤੇ ਉਹਨੂੰ ਅਟੈਕ ਹੈ ਸ਼ੂਗਰ ਦਾ। ਹਾਂਜੀ ਜਿਹੜੇ ਉੱਥੇ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਹੋਣਗੇ ਉਹਨਾਂ ਦੇ ਨਾਲ ਸਾਥੀ, ਉਹਨਾਂ ਨਾਲ ਗੱਲਬਾਤ ਹੋਈ ਹੈ? ਉਹ ਦੱਸਦੇ ਨੇ ਵੀ ਜਦੋਂ ਪਹਿਲੀ ਚੈੱਕਅਪ ਹੋਇਆ ਉਹਦੀਆਂ ਰਿਪੋਰਟਾਂ ਦੇ ਵਿੱਚ ਕੀ ਆਇਆ ਸੀ ਉਹਨਾਂ ਦੇ? ਉਹਨਾਂ ਦੱਸਿਆ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਆਈ, ਕੋਈ ਰਿਪੋਰਟ ਵੀ ਨਹੀਂ ਆਈ, ਉਹਨਾਂ ਕੀਤਾ ਕੱਖ ਨਹੀਂ, ਟੈਸਟ ਵੀ ਨਹੀਂ ਕੀਤਾ ਉਹਨਾਂ ਨੇ। ਜੇ ਰਿਪੋਰਟਾਂ ਜਿੱਦਾਂ ਹੁਣ 20 ਜਣੇ ਆ ਇੱਕ ਰੂਮ ਵਿੱਚ, 20 ਜਣੇ ਆ, ਜੇ ਉਹਨੂੰ ਕਰੋਨਾ ਸੀਗਾ ਤੇ ਦੂਜਿਆਂ ਨੂੰ ਕਿਉਂ ਨਹੀਂ ਹੋਇਆ? ਉਹ ਤੇ ਨਾਰਮਲ ਆ, ਬੜੇ ਸੋਹਣੇ ਆ। ਜਦੋਂ ਕਹਿੰਦੇ ਕਿ ਇੱਕ ਦੂਜੇ ਤੋਂ ਫੈਲਦਾ ਹੈ, ਫਿਰ ਕਿਉਂ ਨਹੀਂ ਫੈਲਿਆ ਹੈਗਾ? ਫਿਰ ਉਹਨੂੰ ਹੀ ਸੀਗਾ ਕਰੋਨਾ, ਹੋਰ ਕਿਸੇ ਨੂੰ ਕਿਉਂ ਨਹੀਂ ਆ? ਜਦ ਕਿ ਉਹਦੀ ਦੇਖਭਾਲ ਕਰ ਰਹੇ ਸੀਗੇ ਉਹ। ਜਦੋਂ ਉਹਨੂੰ ਗੱਡੀ 'ਚੋਂ ਲਿਆਂਦਾ ਗਿਆ, ਉਹ ਜਿਹੜੇ ਜਿੰਨੇ ਵੀ ਮੁੰਡੇ ਆ ਸਭ ਉਹਦੀ ਦੇਖਭਾਲ ਕਰ ਰਹੇ ਸੀਗੇ। ਜੇ ਹੁਣ ਮੈਨੂੰ ਕਹਿੰਦੇ ਕਿ ਕਰੋਨਾ, ਮੈਂ ਇੱਕ ਦੂਜੇ ਨੂੰ, ਤੁਸੀਂ ਕਿਉਂ ਮੇਰੇ ਲਾਗੇ ਬੈਠੋਗੇ, ਤੁਹਾਨੂੰ ਵੀ ਹੋਏਗਾ ਵੀ ਮੈਨੂੰ ਹੋਣਾ ਜਾਂ ਕਿੱਦਾਂ ਵੀ, ਉਹਨਾਂ ਨੂੰ ਕਿਉਂ ਨਹੀਂ ਹੋਇਆ? ਉਹ ਤਾਂ ਬਹੁਤ ਸੋਹਣੇ ਨੋਰਮਲ, ਸਿਰਫ ਇਹਨੂੰ ਹੀ ਹੋਣਾ ਸੀਗਾ, ਉਹ ਵੀ ਮਰਨ ਤੋਂ ਬਾਅਦ, ਪਹਿਲਾਂ ਕਿਉਂ ਨਹੀਂ ਹੋਇਆ? ਕਰੋਨਾ ਨਹੀਂ ਸੀਗਾ, ਸਿਰਫ ਉਹਨੂੰ ਅਟੈਕ ਹੋਇਆ, ਸ਼ੂਗਰ ਦਾ ਅਟੈਕ ਹੋਇਆ, ਉਹਨੂੰ ਸ਼ੂਗਰ ਸੀਗੀ। ਸ਼ੂਗਰ ਦਾ ਸਭ ਡਾਕਟਰਾਂ ਨੇ ਜਦੋਂ ਖੁਦ ਕਹਿ ਦਿੱਤਾ ਵੀ ਉਹਨੂੰ ਅਟੈਕ ਹੋਇਆ, ਤੇ ਫਿਰ ਕਰੋਨੇ ਦਾ ਤੇ ਵਿੱਚ ਕੋਈ ਮਤਲਬ ਹੀ ਨਹੀਂ ਹੈ। ਕਰੋਨਾ ਬਾਅਦ 'ਚ ਕੱਢਿਆ, ਪਹਿਲਾਂ ਉਹਨਾਂ ਨੇ ਹੀ ਕਿਹਾ ਸੀ ਵੀ ਸ਼ੂਗਰ ਵਧਣ ਕਰਕੇ ਅਟੈਕ ਹੋ ਗਿਆ। ਇਹ ਨਹੀਂ ਪਤਾ ਅਟੈਕ ਹੋ ਕੇ ਸ਼ੂਗਰ ਵਧੀ ਹੈ ਜਾਂ ਸ਼ੂਗਰ ਹੋਣ ਦੇ ਨਾਲ ਅਟੈਕ ਹੋਇਆ ਹੈ। ਕਰੋਨਾ ਦਾ ਉਹਨਾਂ ਨੇ ਬਾਅਦ ਵਿੱਚ ਦੱਸਿਆ ਵੀ ਕਰੋਨਾ ਰਿਪੋਰਟ ਆਈ ਹੈ। ਸ਼ੂਗਰ ਦੀ ਮੈਡੀਸਿਨ ਇੱਥੇ ਵੀ ਚੱਲਦੀ ਸੀ? ਹਾਂਜੀ ਚੱਲਦੀ ਸੀਗੀ ਮੈਡੀਸਨ। ਕਿੰਨੀ ਕੁ ਦੇਰ ਤੋਂ ਬਾਪੂ ਜੀ ਸੀਗੀ ਸ਼ੂਗਰ ਦੀ ਪ੍ਰੋਬਲਮ? ਸ਼ੂਗਰ ਉਹਨੂੰ ਹੈਗੀ ਸੀ 5-6 ਸਾਲ ਹੋ ਗਏ ਸੀ, ਅਤੇ ਇੱਥੇ ਨੋਰਮਲ ਸੀ, ਵੈਸੇ ਇੰਨੀ ਜ਼ਿਆਦਾ ਨਹੀਂ, ਗੋਲੀ ਖਾਈ ਜਾਂਦਾ ਸੀ, ਗੋਲੀ ਖਾਂਦਾ ਸੀ, ਇੱਥੇ ਠੀਕ ਠਾਕ ਸੀ, ਇੰਨੀ ਸ਼ੂਗਰ ਨਹੀਂ ਸੀ ਹੁੰਦੀ। ਉੱਥੇ ਜਾ ਕੇ ਸ਼ੂਗਰ ਪਤਾ ਨਹੀਂ ਕਿੱਦਾਂ ਵੱਧ ਗਈ ਉਹਦੀ, ਕਿਉਂ ਵੱਧ ਗਈ, ਇਹ ਨਹੀਂ ਪਤਾ ਲੱਗਾ। ਮੰਮਾ ਬਿਮਾਰ ਨੇ ਤੁਹਾਡੇ ਬੇਟਾ? ਹਾਂਜੀ ਤੁਸੀਂ ਖਿਆਲ ਰੱਖ ਰਹੇ ਹੋ ਮੰਮਾ ਦਾ? ਹਾਂਜੀ ਰੱਖਦੇ ਹਾਂ। ਤੁਸੀਂ ਦਿਲਾਸਾ ਦਿੰਦੇ ਹੋ ਵੀ ਕੋਈ ਨਹੀਂ, ਪਾਪਾ ਦੀ ਡੈਡ ਬੋਡੀ ਵੀ ਆਊਗੀ, ਜਾਂ ਆਪਾਂ ਅੱਗੇ ਤੁਸੀਂ ਸਹਾਰਾ ਬਣੋਗੇ ਮੰਮਾ ਪਾਪਾ ਦਾ, ਬਜ਼ੁਰਗਾਂ ਦਾ? ਹਾਂਜੀ ਰੱਖਦੇ ਹਾਂ ਦਿਲਾਸਾ। ਤਾਂ ਇਹ ਉਹ ਪਰਿਵਾਰ ਹੈ ਜਿਹੜਾ ਇਸ ਸਮੇਂ ਬੇਹੱਦ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ। ਪੁੱਤ ਦੀ ਮ੍ਰਿਤਕ ਦੇ ਵਿਦੇਸ਼ ਪਈ ਹੈ, ਇੰਨੀ ਬੇਬਸੀ ਹੈ ਵੀ ਉਸਨੂੰ ਦੇਖਣਾ ਵੀ ਨਸੀਬ ਨਹੀਂ ਹੋ ਰਿਹਾ। ਕਈ ਤਰ੍ਹਾਂ ਦੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ। ਪਹਿਲਾਂ ਜਿਸ ਹਿਸਾਬ ਦੇ ਨਾਲ ਪਰਿਵਾਰ ਦੱਸ ਰਿਹਾ ਹੈ ਵੀ ਸ਼ੂਗਰ ਦੀ ਦਿੱਕਤ ਸੀਗੀ ਉਹਨਾਂ ਨੂੰ, ਸ਼ੂਗਰ ਦਾ ਅਟੈਕ ਹੋਇਆ ਜਾਂ ਸ਼ੂਗਰ ਵਧੀ, ਕਿਸੇ ਤਰੀਕੇ ਉਹਨਾਂ ਦੀ ਜਿਹੜੀ ਹੈ ਉਹ ਜਾਨ ਗਈ ਹੈ। ਪਹਿਲੀ ਇਨਫੋਰਮੇਸ਼ਨ ਪਰਿਵਾਰ ਨੂੰ ਇਹੀ ਮਿਲੀ ਸੀ, ਪਰ ਉਸ ਤੋਂ ਬਾਅਦ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਕੋਵਿਡ ਪੋਜ਼ੀਟਿਵ ਜਿਹੜਾ ਉਹ ਦੱਸਿਆ ਗਿਆ, ਔਰ ਇਸੇ ਹੀ ਕਾਰਨ ਦੇ ਕਰਕੇ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਵਿੱਚ ਦਿੱਕਤ ਆ ਰਹੀ ਹੈ। ਤਾਂ ਪਰਿਵਾਰ ਦੇ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ, ਉੱਥੇ ਦੀ ਸਥਾਨਕ ਸਰਕਾਰ ਨੂੰ, ਮਸਕਟ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਮਦਦ ਕਰੇ। ਮਦਦ ਇਸ ਤਰੀਕੇ ਨਾਲ ਹੋ ਸਕਦੀ ਹੈ ਜੇਕਰ ਉਹਨਾਂ ਦੀ ਮ੍ਰਿਤਕ ਦੇਹ ਭਾਰਤ ਆ ਸਕੇ। ਭਗਵੰਤ ਮਾਨ ਹੋਰਾਂ ਨੂੰ ਵੀ ਰਾਬਤਾ ਕੀਤਾ ਸੀਗਾ, ਉਹਨਾਂ ਨੇ ਵੀ ਅੱਗੇ ਜਵਾਬ ਵੀ ਦਿੱਤਾ ਹੈ। ਅੰਬੈਸੀ ਦੇ ਨਾਲ ਵੀ ਪਰਿਵਾਰ ਦੱਸਦਾ ਵੀ ਭਗਵੰਤ ਮਾਨ ਹੋਰਾਂ ਨੇ ਰਾਬਤਾ ਕੀਤਾ ਹੈ,
ਪਰ ਜਵਾਬ ਦਿੱਤਾ ਹੈ ਵੀ ਕੋਵਿਡ ਕਰਕੇ ਮ੍ਰਿਤਕ ਦੇ ਭਾਰਤ ਲਿਆਉਣੀ ਬੇਹੱਦ ਮੁਸ਼ਕਿਲ ਨਜ਼ਰ ਆ ਰਹੀ ਹੈ। ਤਾਂ ਅਜਿਹੇ ਦੁੱਖ ਦੀ ਘੜੀ ਦੇ ਵਿੱਚ ਹਮਦਰਦ ਮੀਡੀਆ ਗਰੁੱਪ ਇਸ ਪਰਿਵਾਰ ਦੇ ਨਾਲ ਹੈ ਔਰ ਅਪੀਲ ਕਰਦੇ ਹਾਂ ਵੀ ਜੇਕਰ ਕੋਈ ਟੈਕਨੀਕਲੀ ਤੌਰ ਦੇ ਉੱਤੇ ਜੇਕਰ ਕੋਈ ਵਕੀਲ ਉੱਥੇ ਦਾ ਕੋਈ ਸਾਡੇ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੋਵੇ, ਜੇ ਕੋਈ ਅਜਿਹਾ ਸ਼ਖਸ ਜਿਹੜਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਕੋਈ ਕਾਗਜ਼ੀ ਪੱਤਰੀ ਜਿਹੜੀ ਕਾਰਵਾਈ ਕਰਕੇ ਕੋਈ ਮਦਦ ਕਰ ਸਕਦਾ ਤਾਂ ਤੁਸੀਂ ਵੀ ਸਾਡੀ ਅਪੀਲ ਹੈ ਤੁਹਾਨੂੰ ਵੀ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰੋ। ਮਦਦ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਜੇਕਰ ਕੋਈ ਕਾਗਜ਼ੀ ਪੱਤਰੀ, ਮੇਰੀ ਮਦਦ ਕਹਿਣ ਤੋਂ ਭਾਵ ਇਹੀ ਹੈ ਵੀ ਜੇਕਰ ਕੋਈ ਕਾਗਜ਼ੀ ਪੱਤਰੀ ਕੋਈ ਕਮੀ ਪੇਸ਼ੀ ਆ ਰਹੀ ਹੈ ਜਾਂ ਡਾਕਟਰਸ ਦੇ ਨਾਲ ਉੱਥੇ ਗੱਲਬਾਤ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਭਾਸ਼ਾ ਦਾ ਵੀ ਇੱਕ ਬੈਰੀਅਰ ਹੈ, ਉਸ ਦਿੱਕਤ ਦੇ ਵਿੱਚੋਂ ਤੁਸੀਂ ਕੱਢ ਸਕਦੇ ਹੋ। ਜਿਹੜੇ ਉੱਥੇ ਵੀਰ ਰਹਿੰਦੇ ਹੋਣਗੇ ਜਿਨ੍ਹਾਂ ਨੂੰ ਨੌਲੇਜ ਹੋਊਗੀ ਜਾਂ ਵਕੀਲ ਭਾਈਚਾਰੇ ਦੇ ਨਾਲ ਉੱਥੇ ਗੱਲਬਾਤ ਕਰਕੇ ਕੁਝ ਤਾਂ ਇਹਨਾਂ ਦੇ ਪਰਿਵਾਰ ਦੇ ਲਈ ਕੋਈ ਰਾਹਤ ਭਰੀ ਖਬਰ ਜਿਹੜੀ ਹੈ ਉਹ ਮਸਕਟ ਤੋਂ ਲਿਆ ਸਕਦੇ ਹੋ, ਤਾਂ ਜ਼ਰੂਰ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਓ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਸਿੰਘਪੁਰ ਜੱਟਾਂ।